ਅੱਜ ਦੀ ਵੀਡੀਓ ਦਾ ਵਿਸ਼ਾ ਹੈ ਡਾਕਟਰ ਹਰਚਰਨ ਸਿੰਘ ਜੀ ਦੀ ਕਿਰਤ ਦਾ ਸਤਿਕਾਰ ਇਕਾਂਗੀ। ਡਾਕਟਰ ਹਰਚਰਨ ਸਿੰਘ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਟਕਕਾਰ ਹਨ। ਉਹਨਾਂ ਨੇ ਵੱਡੀ ਗਿਣਤੀ ਵਿੱਚ ਇਕਾਂਗੀ ਲੇਖ ਲਿਖੇ ਹਨ। ਉਹਨਾਂ ਨੇ ਪ੍ਰਸਿੱਧ ਇਕਾਂਗੀ ਸੰਗ੍ਰਹਿ ਸਪਤਰਿਸ਼ੀ, ਪੰਜ ਗੀਤੜਾ, ਮੁੜਕੇ ਦੀ ਖੁਸ਼ਬੂ, ਪੰਚ ਪ੍ਰਦਾਨ, ਇਹ ਉਹਨਾਂ ਦੇ ਇਕਾਂਗੀ ਸੰਗ੍ਰਹਿ ਹਨ। ਉਹਨਾਂ ਨੇ ਬਹੁਤ ਸਾਰੇ ਨਾਟਕ ਵੀ ਲਿਖੇ ਹਨ। ਸੋਭਾ ਸ਼ਕਤੀ, ਰਤਾਸਾਲੂ, ਕੰਚਨ ਮਾਟੀ ਆਪ ਜੀ ਦੇ ਪ੍ਰਸਿੱਧ ਨਾਟਕ ਹਨ। ਉਹਨਾਂ ਨੇ ਪਹਿਲੀ ਵਾਰੀ ਆਪਣੀ ਧਰਮ ਪਤਨੀ ਧਰਮ ਕੌਰ ਤੋਂ ਅਭਿਨੈ ਕਰਵਾਇਆ। ਇਸ ਨਾਲ ਪੰਜਾਬੀ ਨਾਟਕਾਂ ਵਿੱਚ ਇਸਤਰੀ ਪਾਤਰ ਦੀ ਸਮੱਸਿਆ ਹੱਲ ਹੋ ਗਈ। ਉਹਨਾਂ ਦੇ ਨਾਟਕਾਂ ਦੇ ਵਿਸ਼ੇ ਆਮ ਤੌਰ 'ਤੇ ਮਨੁੱਖੀ ਕਦਰਾਂ ਕੀਮਤਾਂ ਨਾਲ ਸੰਬੰਧਿਤ ਹਨ। ਐਚਟੈਟ PGT ਦਾ ਪੇਪਰ ਹੈ, ਉਸ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਕਿ ਕਿਹੜੇ ਲੇਖਕ ਦੀ ਪਤਨੀ ਨੇ ਪਹਿਲੀ ਵਾਰ ਰੋਲ ਅਦਾ ਕੀਤਾ ਇਸਤਰੀ ਪਾਤਰ ਦਾ, ਤਾਂ ਉਹ ਹੈ ਡਾਕਟਰ ਹਰਚਰਨ ਸਿੰਘ ਤੇ ਇਹਨਾਂ ਦੀ ਪਤਨੀ ਧਰਮ ਕੌਰ। ਇਕਾਂਗੀ ਦਾ ਸਾਰ। ਸਮਾਂ ਕੀ ਹੈ? 1955। ਸਥਾਨ ਦਿੱਲੀ ਦੀ ਇੱਕ ਬਸਤੀ। ਵੇਲਾ ਸਵੇਰੇ 10 ਵਜੇ। ਇਹ ਛੋਟੀ ਗੱਲਾਂ ਪੁੱਛੀਆਂ ਜਾਂਦੀਆਂ ਹਨ ਐਗਜ਼ਾਮ ਵਿੱਚ। ਇਕਾਂਗੀ ਕਿਸ ਬਾਰੇ ਹੈ? ਦੇਖੋ, ਇਸ ਇਕਾਂਗੀ ਵਿੱਚ ਕੰਜੂਸ ਤੇ ਖੁੱਲ੍ਹੇ ਸੁਭਾਅ ਵਾਲੇ ਵਿਅਕਤੀ ਦੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ। ਲੇਖਕ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਮਿਹਨਤ ਕਰਨ ਵਾਲੇ ਲੜਕੇ ਨੂੰ ਉਸਦੀ ਮਿਹਨਤ ਦਾ ਫਲ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਸਮਾਜ ਦੇ ਉੱਚ ਵਰਗ ਪ੍ਰਤੀਨਿਧਤਾ ਕਰਦਾ ਹੋਇਆ ਸੇਠ ਜਦੋਂ ਆਪਣੇ ਧੰਦੇ ਵਿੱਚ ਨੁਕਸਾਨ ਹੁੰਦਾ ਵੇਖਦਾ ਹੈ ਤਾਂ ਦੋਹਾਂ ਹੱਥਾਂ ਨਾਲ ਆਪਣਾ ਸਿਰ ਪਿੱਟਣਾ ਸ਼ੁਰੂ ਕਰ ਦਿੰਦਾ ਹੈ ਕਿ ਇੱਕ ਪਾਸੇ ਤਾਂ ਮਿਹਨਤ ਕਰਨ ਵਾਲਾ ਜੋ ਲੜਕਾ ਹੈ ਇਸ ਇਕਾਂਗੀ ਵਿੱਚ, ਉਸਨੂੰ ਉਸ ਮਿਹਨਤ ਦਾ ਫਲ ਵੀ ਨਹੀਂ ਮਿਲਦਾ, ਪਰ ਦੂਜੇ ਪਾਸੇ ਜੋ ਸੇਠ ਹੈ ਉੱਚ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ ਇਸ ਇਕਾਂਗੀ ਵਿੱਚ, ਤਾਂ ਉਹ ਕੀ ਆਪਣੇ ਧੰਦੇ ਵਿੱਚ ਨੁਕਸਾਨ ਦੇਖ ਕੇ ਆਪਣਾ ਸਿਰ ਫੜ ਲੈਂਦਾ ਹੈ। ਜਦੋਂ ਸਾਰੇ ਲੋਕ ਉਸ ਲੜਕੇ ਦਾ ਸਾਥ ਦਿੰਦੇ ਹਨ ਤਾਂ ਫਿਰ ਸੇਠ ਨੂੰ ਝੁਕਣਾ ਪੈਂਦਾ ਹੈ। ਉਸਦਾ ਮਨ ਬਦਲ ਜਾਂਦਾ ਹੈ। ਸੇਠ ਵੱਲੋਂ ਸਿਰਫ ਕਿਰਤ ਦਾ ਸਤਿਕਾਰ ਹੀ ਨਹੀਂ ਕੀਤਾ ਜਾਂਦਾ, ਸਗੋਂ ਲੜਕੇ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਇਕਾਂਗੀ ਦੇ ਅਭਿਆਸ ਦੇ ਕੁਝ ਪ੍ਰਸ਼ਨ ਕਰਨ ਤੋਂ ਸਾਨੂੰ ਉਹਨਾਂ ਦੇ ਪਾਤਰਾਂ ਬਾਰੇ, ਉਸਦੀ ਕਹਾਣੀ ਕੀ ਹੈ, ਇਸ ਇਕਾਂਗੀ ਦੀ ਕਿਸ ਦੁਆਲੇ ਘੁੰਮਦੀ ਹੈ, ਇਹ ਸਭ ਸਪਸ਼ਟ ਹੋ ਜਾਏਗਾ। ਇਸ ਲਈ ਪ੍ਰਸ਼ਨ ਕਰਨੇ ਜ਼ਰੂਰੀ ਹਨ। ਪ੍ਰਸ਼ਨ ਨੰਬਰ 1 ਹੈ, ਇਕਾਂਗੀ ਵਿੱਚ ਕੁੱਲ ਕਿੰਨੇ ਪਾਤਰ ਹਨ? ਉਹਨਾਂ ਬਾਰੇ ਜਾਣਕਾਰੀ ਦਿਓ। ਜੇ ਪੂਰੀ ਇਕਾਂਗੀ ਕਰਵਾਵਾਂਗੇ ਤਾਂ ਵੀਡੀਓ ਲੰਮੀ ਹੋ ਜਾਏਗੀ, ਇਸ ਕਰਕੇ ਕੀ ਹੈ, ਜੋ ਪ੍ਰਸ਼ਨ ਹਨ ਉਹੀ ਪ੍ਰਸ਼ਨ ਪੜ੍ਹਨ ਨਾਲ ਸਾਨੂੰ ਇਸ ਬਾਰੇ ਕਲੀਅਰ ਪਤਾ ਚੱਲ ਜਾਏਗਾ। ਇਕਾਂਗੀ ਵਿੱਚ ਕੁੱਲ 10 ਪਾਤਰ ਹਨ। ਇਹਨਾਂ ਵਿੱਚੋਂ ਇੱਕ ਮੋਟਾ ਭਾਰਾ ਸੇਠ ਹੈ ਜਿਸ ਨੇ ਦੁੱਧ ਚਿੱਟੀ ਟੋਪੀ, ਸ਼ੁੱਧ ਖੱਦਰ ਦੇ ਕੱਪੜੇ ਪਾਏ ਹੋਏ ਹਨ। ਉਸਦੇ ਨਾਲ ਇੱਕ ਮੁਨਸੀ ਵੀ ਹੈ। ਤੀਜਾ ਕੌਣ ਹੈ? ਕੇਸਰ ਨਾਂ ਦਾ ਇੱਕ ਬੰਦਾ ਹੈ ਜੋ ਗੱਲਾਂ ਤੋਂ ਸੁਭਾਅ ਕੀ ਹੈ, ਖੁੱਲ੍ਹੇ ਸੁਭਾਅ ਦਾ ਪ੍ਰਤੀਤ ਹੁੰਦਾ ਹੈ, ਕੇਸਰ। ਹੁਣ ਕੌਣ ਹੋ ਗਿਆ? ਇੱਕ ਸੇਠ ਹੋ ਗਿਆ, ਇੱਕ ਮੁਨਸੀ ਹੋ ਗਿਆ, ਇੱਕ ਕੇਸਰ ਨਾਂ ਦਾ ਵਿਅਕਤੀ ਜੋ ਖੁੱਲ੍ਹੇ ਸੁਭਾਅ ਦਾ ਹੈ। ਇਸਤਰੀ ਵੀ ਆਧੁਨਿਕ ਰੰਗ ਢੰਗ ਹਾਸੇ ਮਖੌਲ ਵਾਲੀ ਹੈ। ਇੱਕ ਇਸਤਰੀ ਪਾਤਰ ਹੈ। ਇੱਕ ਮੁੰਡਾ ਕ੍ਰਿਸ਼ਨ ਜੋ ਬੂਟ ਪਾਲਿਸ਼ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇੱਕ ਮਾਸਟਰ ਹੈ, ਮਾਈ ਹੈ, ਅਖਬਾਰ ਵਾਲਾ ਹੈ, ਸਵਾਰੀ ਤੇ ਇੱਕ ਹੋਰ ਮੁੰਡਾ ਹੈ। ਇਹ ਸਾਰੇ ਇਸ ਇਕਾਂਗੀ ਦੇ ਪਾਤਰ ਹਨ। ਤੇ ਦ੍ਰਿਸ਼ ਕਿਹੜਾ ਹੈ? ਬੱਸ ਸਟਾਪ। ਪ੍ਰਸ਼ਨ ਨੰਬਰ 2 ਹੈ, ਬੱਸ ਸਟਾਪ ਦਾ ਦ੍ਰਿਸ਼ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ। ਬੱਸ ਸਟਾਪ ਦਾ ਦ੍ਰਿਸ਼ ਹੈ ਜਦੋਂ ਇਕਾਂਗੀ ਸ਼ੁਰੂ ਹੁੰਦੀ ਹੈ, ਸਵੇਰੇ 10 ਵਜੇ ਦਾ ਟਾਈਮ ਹੈ। ਕਿਰਤ ਦਾ ਸਤਿਕਾਰ। ਇਕਾਂਗੀ ਦਾ ਸਾਰਾ ਘਟਨਾਕ੍ਰਮ ਕੀ ਹੈ, ਇੱਕ ਬੱਸ ਸਟਾਪ 'ਤੇ ਵਾਪਰਦਾ ਹੈ। ਇਹ ਬੱਸ ਸਟਾਪ ਦਿੱਲੀ ਸਥਿਤ ਹੈ ਜਿੱਥੇ 3 ਬੰਦੇ ਇੱਕ ਇਸਤਰੀ ਬੱਸ ਦੀ ਉਡੀਕ ਵਿੱਚ ਖੜ੍ਹੇ ਹਨ। ਉਹਨਾਂ ਵਿੱਚ ਇੱਕ ਮੋਟਾ ਭਾਰਾ ਸੇਠ ਹੈ
ਜਿਸ ਨੇ ਦੁੱਧ ਚਿੱਟੀ ਟੋਪੀ ਖੱਦਰ ਦੇ ਕੱਪੜੇ ਪਾਏ ਹੋਏ ਹਨ। ਦੇਖਣ ਨੂੰ ਉਹ ਇੱਕ ਦੇਸ਼ ਭਗਤ ਲੱਗਦਾ ਹੈ, ਪਰ ਅਸਲ ਵਿੱਚ ਸੋਨੇ ਚਾਂਦੀ ਦਾ ਵਪਾਰ ਕਰਦਾ ਹੈ। ਉਹ ਕੁਝ ਕਾਲ ਤੇ ਘਬਰਾਹਟ ਵਿੱਚ ਹੈ। ਉਸਦੇ ਨਾਲ ਉਸਦਾ ਮੁਨਸੀ ਚੁੰਨੀ ਨਾਲ ਵੀ ਖੜਾ ਹੈ। ਮੁਨਸੀ ਚੁੰਨੀ ਇਹ ਕੀ ਹੈ? ਉਸ ਵਪਾਰੀ ਦਾ ਮੁਨਸੀ ਹੈ। ਕਤਾਰ ਵਿੱਚ ਮਾਫ ਕਰਨਾ ਬਈ, ਕਤਾਰ ਵਿੱਚ ਮੁਨਸੀ ਚੁੰਨੀ ਨਾਲ ਖੜਾ ਹੈ ਤੇ ਕਤਾਰ ਵਿੱਚ ਤੀਸਰਾ ਕੇਸਰ ਨਾਂ ਦਾ ਇੱਕ ਬੰਦਾ ਹੈ, ਜੋ ਗੱਲਾਂ ਬਾਤਾਂ ਤੋਂ ਮਜ਼ਾਕੀਆ ਖੁੱਲ੍ਹੇ ਸੁਭਾਅ ਦਾ ਪ੍ਰਤੀਤ ਹੁੰਦਾ ਹੈ। ਇਹ ਉਹਨਾਂ ਥੋੜ੍ਹੇ ਬੰਦਿਆਂ ਵਿੱਚੋਂ ਹੈ ਜੋ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਹਰ ਪਲ ਹੱਸ ਖੇਡ ਕੇ ਬਿਤਾਉਂਦੇ ਹਨ। ਕੌਣ ਹੈ? ਕੇਸਰ। ਚੌਥੀ ਆਧੁਨਿਕ ਰੰਗ ਢੰਗ ਦੀ ਮੱਧ ਵਰਗੀ ਸੋਚ ਦੀ ਧਾਰਨੀ ਇੱਕ ਇਸਤਰੀ ਹੈ ਜੋ ਹਾਸੇ ਮਖੌਲ ਨੂੰ ਬੁਰਾ ਨਹੀਂ ਸਮਝਦੀ। ਬੱਸ ਸਟਾਪ ਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਹੈ। ਗੱਲਾਂ ਬਾਤਾਂ ਵਿੱਚ ਪਤਾ ਲੱਗਦਾ ਹੈ ਕਿ ਸੇਠ ਉੱਚ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ, ਪਰ ਕੰਜੂਸ ਹੈ। ਬੱਸ ਸਟਾਪ ਤੇ ਇੱਕ ਵਪਾਰੀ ਵੀ ਆਉਂਦੀ ਹੈ, ਇੱਕ ਸਵਾਰੀ ਆਉਂਦੀ ਹੈ। ਬੱਸ ਸਟਾਪ ਤੇ ਇੱਕ ਸਵਾਰੀ ਆਉਂਦੀ ਹੈ ਜਿਸ ਦੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਸਾਰੇ ਪਰੇਸ਼ਾਨ ਹਨ ਕਿਉਂਕਿ ਅਗਲੀ ਬੱਸ ਤੇ ਆਉਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ। ਇੱਥੇ ਹੀ ਇੱਕ ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਆਉਂਦਾ ਹੈ ਜਿਸ ਦੀ ਆਮਦਨ ਨਾਲ ਇਕਾਂਗੀ ਆਪਣੇ ਸਿਖਰ ਵੱਲ ਨੂੰ ਵੱਧਦੀ ਹੈ। ਆਮਦ ਨਾਲ ਵੱਖ-ਵੱਖ ਪਾਤਰਾਂ ਦੇ ਕਿਰਦਾਰ ਉਘੜਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਗੱਲਬਾਤ ਹੁੰਦੀ ਹੈ ਤਾਂ ਕੀ ਹੈ? ਵੱਖ-ਵੱਖ ਪਾਤਰਾਂ ਦੇ ਕਿਰਦਾਰ ਉਘੜਨੇ ਸ਼ੁਰੂ ਹੋ ਜਾਂਦੇ ਹਨ ਕਿ ਕੌਣ ਕਿਹੋ ਜਿਹਾ ਸੁਭਾਅ ਦਾ ਵਿਅਕਤੀ ਹੈ। ਇਸੇ ਦੌਰਾਨ ਬੱਸ ਸਟਾਪ ਤੇ 27 ਨੰਬਰ ਦੀ ਬੱਸ ਆਉਂਦੀ ਹੈ, ਪਰ ਉੱਥੇ ਖੜੇ ਸਾਰੇ ਪਾਤਰਾਂ ਨੂੰ 13 ਨੰਬਰ ਦੀ ਬੱਸ ਦੀ ਉਡੀਕ ਹੈ। ਕਈ ਵਾਰ ਪ੍ਰਸ਼ਨ ਇਸ ਤਰ੍ਹਾਂ ਵੀ ਪੁੱਛ ਲਏ ਜਾਂਦੇ ਹਨ ਕਿ ਜੋ ਯਾਤਰੀ ਸੀ ਬੱਸ ਸਟਾਪ ਤੇ ਇਕਾਂਗੀ ਵਿੱਚ, ਉਹ ਕਿੰਨੇ ਨੰਬਰ ਦੀ ਬੱਸ ਦੀ ਉਡੀਕ ਕਰ ਰਹੇ ਸੀ? ਤਾਂ ਕੀ ਹੈ? 13 ਨੰਬਰ ਦੀ ਬੱਸ ਦੀ ਉਡੀਕ ਕਰ ਰਹੇ ਸੀ। ਬੱਸ ਸਟਾਪ ਦੇ ਸਾਹਮਣੇ ਹੀ ਇੱਕ ਸਕੂਲ ਹੈ ਜਿੱਥੇ ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਪੜ੍ਹਦਾ ਹੈ। ਜੋ ਮੁੰਡਾ ਬੂਟ ਪਾਲਿਸ਼ ਕਰਦਾ ਹੈ ਉਹ ਇੱਕ ਸਕੂਲ ਵਿੱਚ ਪੜ੍ਹਦਾ ਹੈ ਜੋ ਕਿ ਬੱਸ ਸਟਾਪ ਦੇ ਨਾਲ ਹੀ ਲੱਗਦਾ ਸਕੂਲ ਹੈ। ਪ੍ਰਸ਼ਨ ਨੰਬਰ 3 ਹੈ, ਕ੍ਰਿਸ਼ਨ ਕੌਣ ਹੈ? ਉਹ ਕੀ ਕੰਮ ਕਰਦਾ ਹੈ? ਹੁਣ ਕਿਸ਼ਨ ਹੈ ਜੋ ਕਿਰਤ ਦਸਤਕਾਰ ਇਕਾਂਗੀ ਦਾ ਕੇਂਦਰੀ ਪਾਤਰ ਹੈ ਤੇ ਇਕਾਂਗੀ ਵਿੱਚ ਉਸ ਦੀ ਆਮਦ ਨਾਲ ਕਥਾਨਕ ਵਿੱਚ ਵਿਸਥਾਰ ਹੁੰਦਾ ਹੈ। ਜਦੋਂ ਉਹ ਬੂਟ ਪਾਲਿਸ਼ ਵਾਲਾ ਕਿਸ਼ਨ ਨਾਮ ਦਾ ਮੁੰਡਾ ਹੁੰਦਾ ਹੈ ਤਾਂ ਇਕਾਂਗੀ ਵਿੱਚ ਵਿਸਥਾਰ ਹੁੰਦਾ ਹੈ। ਉਹ ਗਰੀਬ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ। ਉਸਦੇ ਪਿਤਾ ਦੀ ਦੇਸ਼ ਦੀ ਵੰਡ ਸਮੇਂ ਮੌਤ ਹੋ ਚੁੱਕੀ ਹੈ। ਮਾਂ ਲੋਕਾਂ ਦੇ ਕੱਪੜੇ ਸਿਓ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਕਿਸ਼ਨ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਪੜ੍ਹਾਈ ਦੇ ਨਾਲ ਨਾਲ ਉਹ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਹੈ। ਉਹ ਕੇਵਲ ਆਪਣੀ ਫੀਸ ਕਿਤਾਬਾਂ ਜੋਗੇ ਪੈਸੇ ਕਮਾਉਂਦਾ ਹੈ, ਬਹੁਤਾ ਲਾਲਚ ਨਹੀਂ ਕਰਦਾ। ਪਰ ਉਸ ਨੂੰ ਅਫਸੋਸ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਦਸਤਕਾਰ ਨਹੀਂ। ਉਹ ਨੇਕ ਖਿਆਲ ਰੱਖਣ ਵਾਲਾ ਮੁੰਡਾ ਹੈ। ਉਸ ਅਨੁਸਾਰ ਜੋੜੇ ਸਾਫ਼ ਕਰਨ ਨਾਲ ਪਾਪ ਧੋਤੇ ਜਾਂਦੇ ਹਨ, ਮਨ ਵਿੱਚ ਨਿਮਰਤਾ ਵੱਧਦੀ ਹੈ। ਉਸ ਅਨੁਸਾਰ ਹੱਥੀਂ ਕੰਮ ਕੀਤੇ ਬਿਨਾਂ ਮਨ ਨਿਰਮਲ ਤੇ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਇੰਨੇ ਉੱਚ ਵਿਚਾਰ ਹਨ ਉਸ ਛੋਟੇ ਜਿਹੇ ਮੁੰਡੇ ਦੇ ਜੋ ਕਿ 9ਵੀਂ ਕਲਾਸ ਵਿੱਚ ਪੜ੍ਹਦਾ ਹੈ। ਨਾਮ ਉਸਦਾ ਕਿਸ਼ਨ ਹੈ। ਪ੍ਰਸ਼ਨ ਨੰਬਰ 4 ਹੈ, ਇਕਾਂਗੀ ਦੇ ਵਿਸ਼ੇ ਵਸਤੂ ਬਾਰੇ ਦੱਸੋ। ਇਕਾਂਗੀ ਦਾ ਵਿਸ਼ਾ ਵਸਤੂ ਜਦੋਂ ਆਪਾਂ ਨੇ ਕਰ ਲਿਆ ਤਾਂ ਫਿਰ ਸਾਰੀ ਕਹਾਣੀ ਆਪਾਂ ਨੂੰ ਸਮਝ ਆ ਹੀ ਜਾਣੀ ਹੈ ਕਿ ਇਕਾਂਗੀ ਕਿਸ ਬਾਰੇ ਹੈ। ਕਿਰਤ ਦਸਤਕਾਰ ਇਕਾਂਗੀ ਦਾ ਨਾਮ ਹੈ। ਕਿਰਤ ਦਸਤਕਾਰ ਇਕਾਂਗੀ ਡਾਕਟਰ ਹਰਭਜਨ ਸਿੰਘ ਦੀ ਲਿਖੀ ਹੋਈ ਹੈ। ਇੱਕ ਮਿੰਟ, ਹਰਚਰਨ ਸਿੰਘ ਦੀ ਲਿਖੀ ਹੋਈ ਹੈ। ਗਲਤ ਲਿੱਤਾ ਇੱਥੇ ਬਈ, ਗਲਤ ਹੈ। ਹਰਚਰਨ ਸਿੰਘ ਦੀ ਲਿਖੀ ਹੋਈ ਹੈ ਤੇ ਇਸ ਇਕਾਂਗੀ ਦਾ ਵਿਸ਼ਾ ਹਰਚਰਨ ਸਿੰਘ ਦੀ ਲਿਖੀ ਹੋਈ ਹੈ।
ਵਿਸ਼ਾ ਮਿਹਨਤ ਅਤੇ ਮਿਹਨਤ ਕਰਨ ਵਾਲਿਆਂ ਦੀ ਜਿੱਤ ਨਾਲ ਸੰਬੰਧਿਤ ਹੈ। ਇਸ ਇਕਾਂਗ ਵਿੱਚ ਮਨੁੱਖੀ ਕਦਰਾਂ ਕੀਮਤਾਂ ਨਾਲ ਸੰਬੰਧਿਤ ਵਿਸ਼ੇ ਨੂੰ ਲਿਆ ਗਿਆ ਹੈ। ਇਕਾਂਗ ਵਿੱਚ ਹੱਥੀਂ ਕੰਮ ਕਰਨ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ। ਕਿਰਤ ਨੂੰ ਸਮਾਜ ਵਿੱਚ ਹਮੇਸ਼ਾ ਹੀ ਉੱਚਾ ਦਰਜਾ ਮਿਲਿਆ ਹੈ। ਕਿਰਤ ਨੂੰ ਸਮਾਜ ਵਿੱਚ ਹਮੇਸ਼ਾ ਉੱਚਾ ਦਰਜਾ ਮਿਲਿਆ ਹੈ। ਭਾਵੇਂ ਕਿਰਤੀ ਨੂੰ ਉੱਚ ਵਰਗ ਦਾ ਵਿਰੋਧ ਵੀ ਕਰਨਾ ਪੈਂਦਾ ਹੈ। ਇਕਾਂਗੀਕਾਰ ਨੇ ਵੱਖ-ਵੱਖ ਪਾਤਰਾਂ ਅਤੇ ਉਹਨਾਂ ਦੀ ਮਾਨਸਿਕਤਾ ਨੂੰ ਇੱਕ ਤਿਕੋਣ ਦ੍ਰਿਸ਼ਟੀਕੋਣ ਤੋਂ ਸਿਰਜਿਆ ਹੈ। ਇੱਕ ਪਾਸੇ ਸਮਾਜ ਦੇ ਉੱਚ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੇ ਸੇਠ ਜੋ ਅਤੀ ਦਰਜੇ ਦਾ ਕੰਜੂਸ ਹੈ, ਗਰੀਬ ਦੀ ਕਿਰਤ ਕਮਾਈ ਨੂੰ ਹੜਪ ਕਰਨ ਵਾਲਾ ਹੈ। ਦੂਜੇ ਪਾਸੇ ਖੁੱਲ੍ਹੇ ਵਿਚਾਰਾਂ ਵਾਲਾ ਕੇਸਰ ਹੈ ਜੋ ਹਰ ਮੁਸ਼ਕਲ ਪਲ ਨੂੰ ਹੱਸ ਖੇਡ ਕੇ ਗੁਜ਼ਾਰਨਾ ਚਾਹੁੰਦਾ ਹੈ। ਉਹ ਸੇਠ ਵਾਂਗ ਅਮੀਰ ਨਹੀਂ, ਪਰ ਪੈਸੇ ਨੂੰ ਘੁੱਟ ਕੇ ਨਹੀਂ ਰੱਖਦਾ। ਤੀਜਾ ਕਿਸ਼ਨ ਹੈ ਜੋ ਗਰੀਬ ਹੈ, ਕਿਰਤ ਕਰਕੇ ਆਪਣੀ ਪੜ੍ਹਾਈ ਜੋਗੇ ਪੈਸੇ ਕਮਾ ਲੈਂਦਾ ਹੈ। ਉਸਦੇ ਵਿਚਾਰ ਅਨੁਸਾਰ ਹੱਥੀਂ ਕੰਮ ਕਰਨਾ ਮੰਗਣ ਨਾਲੋਂ ਲੱਖ ਦਰਜੇ ਚੰਗਾ ਹੈ। ਇਕਾਂਗੀ ਵਿੱਚ ਪ੍ਰਮੁੱਖ ਤੌਰ ਤੇ ਹੇਠ ਲਿਖੇ ਵਿਸ਼ੇ ਛੋਏ ਗਏ ਹਨ। ਉੱਚ ਵਰਗ ਵੱਲੋਂ ਕਮਜ਼ੋਰ ਵਰਗ ਦਾ ਸ਼ੋਸ਼ਣ। ਕਈ ਉਪ ਵਿਸ਼ੇ ਵੀ ਹੁੰਦੇ ਹਨ ਅਤੇ ਇੱਕ ਮੇਨ ਵਿਸ਼ਾ ਵੀ ਹੁੰਦਾ ਹੈ। ਇਸ ਦੇ ਉਪ ਵਿਸ਼ੇ ਜੋ ਹੈ ਉੱਚ ਵਰਗ ਵੱਲੋਂ ਕਮਜ਼ੋਰ ਵਰਗ ਦਾ ਸ਼ੋਸ਼ਣ। ਕਈ ਇਕਾਂਗੀ ਵਿੱਚ ਜੋ ਸੇਠ ਉੱਚ ਵਰਗ ਦਾ ਨਾਲ ਸੰਬੰਧ ਰੱਖਦਾ ਹੈ, ਮੁੰਡੇ ਤੋਂ ਬੂਟ ਪਾਲਿਸ਼ ਕਰਵਾਉਣ ਲਈ ਉਹ ਇਸ ਨੂੰ ਦੁਆਨੀ ਦੀ ਥਾਂ ਇੱਕ ਆਨਾ ਹੀ ਦਿੰਦਾ ਹੈ, ਜੋ ਕਿ ਉਸਦੀ ਮਜ਼ਦੂਰੀ ਦੇ ਬਦਲੇ ਬਹੁਤ ਘੱਟ ਹੈ। ਮੁੰਡੇ ਵੱਲੋਂ ਆਪਣਾ ਹੱਕ ਮੰਗਣ ਤੇ ਉਸ ਨੂੰ ਠੁੱਡਾ ਵੀ ਮਾਰਦਾ ਹੈ ਤੇ ਕਹਿੰਦਾ ਹੈ ਕਿ ਉਸਨੇ ਜੋ ਕਰਨਾ ਹੈ ਕਰ ਲਵੇ, ਉਹ ਉਸਦਾ ਹੱਕ ਮਜ਼ਦੂਰੀ ਨਹੀਂ ਦੇਵੇਗਾ। ਇਸ ਦ੍ਰਿਸ਼ ਵਿੱਚ ਗਰੀਬ ਦੀ ਅਮੀਰ ਵੱਲੋਂ ਹੁੰਦੀ ਲੁੱਟ ਖਸੁੱਟ ਦਰਸਾਈ ਗਈ ਹੈ। ਨੰਬਰ 2 ਤੇ ਹੈ ਮਿਹਨਤ ਕਰਨ ਦਾ ਜਜ਼ਬਾ। ਇਕਾਂਗੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਅੱਗੇ ਹੱਥ ਅੱਡਣ ਨਾਲੋਂ ਮਿਹਨਤ ਕਰਨੀ ਚੰਗੀ ਹੈ। ਕਿਸ਼ਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਦੀ ਮਾਂ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਉਹ ਆਪ ਬੂਟ ਪਾਲਿਸ਼ ਕਰਦਾ ਹੈ ਜੋ ਪੜ੍ਹਾਈ ਦਾ ਖਰਚਾ ਪੂਰਾ ਹੋ ਸਕੇ। ਨੰਬਰ 3 ਤੇ ਹੈ ਉਪ ਵਿਸ਼ਾ ਹੈ ਜੋ ਇਸ ਇਕਾਂਗੀ ਦਾ ਹਾਸਾ ਜ਼ਿੰਦਗੀ ਦੇ ਤਣਾਅ ਨੂੰ ਘੱਟ ਕਰਦਾ ਹੈ। ਕੇਸਰ ਦੀਆਂ ਨਿੱਕੀਆਂ ਗੱਲਾਂ ਇਕਾਂਗੀ ਵਿੱਚ ਹਾਸਾ ਪੈਦਾ ਕਰਕੇ ਤਣਾਅਪੂਰਨ ਮਾਹੌਲ ਨੂੰ ਘਟਾਉਂਦੀਆਂ ਹਨ। ਲੋਕ ਬੱਸ ਦੀ ਉਡੀਕ ਵਿੱਚ ਪਰੇਸ਼ਾਨ ਹਨ। ਜਦੋਂ ਇਸਤਰੀ ਬੂਟ ਪਾਲਿਸ਼ ਕਰਨ ਵਾਲੇ ਨਾਲ ਭਾਅ ਤੈਅ ਕਰਨਾ ਚਾਹੁੰਦੀ ਹੈ ਤਾਂ ਉਹ ਕਹਿੰਦਾ ਹੈ ਕਿ ਇਹਨਾਂ ਦੇ ਸੈਂਡਲ ਤਾਂ ਅੱਧੀ ਸਵਾਰੀ ਹਨ। ਇਸੇ ਤਰ੍ਹਾਂ ਉਹ ਸੇਠ ਤੇ ਵੀ ਵਿਅੰਗ ਕਰਦਾ ਹੈ। ਸੇਠ ਦੇ ਕੰਜੂਸ ਸੁਭਾਅ ਬਾਰੇ ਕਹਿੰਦਾ ਹੈ ਕਿ ਇਹਨਾਂ ਦਾ ਦਿਲ ਹੈ ਹੀ ਕਿੱਥੇ, ਸਾਰਾ ਤਾਂ ਚਰਬੀ ਵਿੱਚ ਲੁਕਿਆ ਪਿਆ ਹੈ। ਇਸ ਤਰ੍ਹਾਂ ਕੇਸਰ ਹੈ ਜੋ ਆਪਣਾ ਹਾਸ ਭਰੀਆਂ ਗੱਲਾਂ ਨਾਲ ਤਣਾਅਪੂਰਨ ਮਾਹੌਲ ਵਿੱਚ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਾ। ਮੁੰਡਾ ਜੋ ਕਿ ਛੋਟੀ ਉਮਰ ਦਾ ਹੈ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ। ਜਦੋਂ ਸੇਠ ਉਸਨੂੰ ਬੂਟ ਪਾਲਿਸ਼ ਬਦਲੇ ਕੇਵਲ ਇੱਕ ਆਨਾ ਦਿੰਦਾ ਹੈ ਤਾਂ ਉਹ ਕਹਿੰਦਾ ਹੈ, ਮੈਂ ਭੀਖ ਨਹੀਂ ਆਪਣੀ ਮਜ਼ਦੂਰੀ ਮੰਗ ਰਿਹਾ ਹਾਂ। ਏਕਤਾ ਦੁਆਰਾ ਹੱਕ ਪ੍ਰਾਪਤ ਹੋ ਸਕਦਾ ਹੈ। ਇਕਾਂਗੀ ਵਿੱਚ ਮਾਸਟਰ ਦੇ ਪੁੱਛੇ ਜਾਣ ਤੇ ਮੁੰਡਾ ਦੱਸਦਾ ਹੈ ਕਿ ਸੇਠ ਨੇ ਉਸਦੀ ਮਜ਼ਦੂਰੀ ਨਹੀਂ ਦਿੱਤੀ, ਉਸਨੂੰ ਮਾਰਿਆ ਹੈ। ਤੇ ਉਸ ਸਮੇਂ ਇਸਤਰੀ ਤੇ ਕੇਸਰ ਵੀ ਸੇਠ ਦੇ ਵਿਰੁੱਧ ਬੋਲਦੇ ਹਨ। ਕਿਸ਼ਨ ਦੇ ਜਮਾਤੀ ਵੀ ਸੇਠ ਨੂੰ ਖਿੱਚ ਕੇ ਲੈ ਜਾਣ ਲਈ ਤਿਆਰ ਹਨ। ਅਜਿਹੀ ਹਾਲਤ ਵਿੱਚ ਸੇਠ ਘਬਰਾ ਜਾਂਦਾ ਹੈ। ਸਾਰਿਆਂ ਦੇ ਅੱਗੇ ਉਸਦੀ ਪੇਸ਼ ਨਹੀਂ ਚੱਲਦੀ ਤੇ ਉਹ ਉਸਦੀ ਮਜ਼ਦੂਰੀ ਦੇ ਦਿੰਦਾ ਹੈ। ਅੱਗੇ 5ਵਾਂ ਪ੍ਰਸ਼ਨ ਹੈ, ਕੇਸਰ ਤੇ ਸੇਠ ਦੇ ਸੰਵਾਦ ਤੋਂ ਕਿਸ ਤਰ੍ਹਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ। ਕੇਸਰ ਅਤੇ ਸੇਠ ਦੇ ਆਪਸੀ ਸੰਵਾਦ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਹੀ ਵੱਖਰੀ ਸੋਚ ਵਿਚਾਰਧਾਰਾ ਦੇ ਮਾਲਕ ਹਨ। ਕੇਸਰ ਹੈ ਜੋ ਖੁੱਲ੍ਹੇ ਦਿਲ ਸੁਭਾਅ ਵਾਲੇ ਪਾਤਰ ਦੀ ਅਗਵਾਈ ਕਰਦਾ ਹੈ। ਸੇਠ ਉੱਚ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਨ ਵਾਲਾ ਕੰਜੂਸ ਵਿਅਕਤੀ ਹੈ। ਕੇਸਰ ਜ਼ਿੰਦਗੀ ਦੇ ਹਰ ਪਲ ਨੂੰ ਜਿਉਣਾ ਚਾਹੁੰਦਾ ਹੈ। ਉਹ ਹਰ ਗੱਲ ਨੂੰ ਮਜ਼ਾਕ ਵਿੱਚ ਪਾ ਲੈਂਦਾ ਹੈ। ਬੱਸ ਦੀ ਉਡੀਕ ਕਰਦਿਆਂ ਹੀ ਉਹ ਪਰੇਸ਼ਾਨ ਨਹੀਂ, ਸਗੋਂ ਆਪਣੀ ਮਜ਼ਾਕੀਆ ਸੁਭਾਅ ਨਾਲ ਉਹ ਦੂਜਿਆਂ ਦਾ ਵੀ ਦਿਲ ਲਾਈ ਰੱਖਦਾ ਹੈ। ਤੇ ਉਸ ਦੇ ਉਲਟ ਸੇਠ ਬੱਸ ਦੀ ਉਡੀਕ ਵਿੱਚ ਪਰੇਸ਼ਾਨ ਹੋ ਰਿਹਾ ਹੈ ਕਿਉਂਕਿ ਉਸ ਦੇ ਕੰਮ ਦਾ ਨੁਕਸਾਨ
ਹੋ ਰਿਹਾ ਹੈ। ਉਹ ਅਖਬਾਰ ਵਾਲੇ ਤੋਂ ਅਖਬਾਰ ਲੈ ਕੇ ਸਭ ਤੋਂ ਪਹਿਲਾਂ ਸੋਨੇ ਚਾਂਦੀ ਦੇ ਭਾਅ ਦੇਖਣ ਲੱਗਦਾ ਹੈ। ਭਾਅ ਡਿੱਗੇ ਹੋਣ ਕਰਕੇ ਡਿੱਗੇ ਦੇਖ ਕੇ ਉਹ ਆਪਣਾ ਮੱਥਾ ਪਿੱਟਣ ਲੱਗ ਪੈਂਦਾ ਹੈ ਅਤੇ ਕੇਸਰ ਬੂਟ ਪਾਲਿਸ਼ ਕਰਨ ਲਈ ਝੱਟ ਤਿਆਰ ਹੋ ਜਾਂਦਾ ਹੈ ਕਰਵਾਉਣ ਲਈ, ਅਤੇ ਬਣਦੀ ਮਜ਼ਦੂਰੀ ਵੀ ਦੇ ਦਿੰਦਾ ਹੈ। ਪਰ ਸੇਠ ਆਪਣੀ ਕੰਜੂਸ ਸੁਭਾਅ ਕਾਰਨ ਮਜ਼ਦੂਰੀ ਦੀ ਵੀ ਕਦਰ ਨਹੀਂ ਕਰਦਾ। ਕੇਸਰ ਮੁੰਡੇ ਨਾਲ ਕੋਈ ਵਿਵਹਾਰ ਦਾ ਵਿਰੋਧ ਨਹੀਂ ਕਰਦਾ। ਜੋ ਕੇਸਰ ਹੈ ਉਹ ਮੁੰਡੇ ਦੇ ਵਿਵਹਾਰ ਦਾ ਵਿਰੋਧ ਨਹੀਂ ਕਰਦਾ, ਜੋ ਉਸਦੀ ਮਜ਼ਦੂਰੀ ਬਣਦੀ ਹੈ ਉਹ ਦੇ ਦਿੰਦਾ ਹੈ। ਪਰ ਜੋ ਸੇਠ ਹੈ ਉਹ ਕੋਈ ਸ਼ਰਮਿੰਦਗੀ ਨਹੀਂ, ਜੋ ਸੇਠ ਹੈ ਉਸਨੂੰ ਕੋਈ ਸ਼ਰਮਿੰਦਗੀ ਨਹੀਂ। ਉਸਨੇ ਮੁੰਡੇ ਨੂੰ ਠੁੱਡਾ ਮਾਰਿਆ। ਉਹ ਉਲਟਾ ਕੇਸਰ ਨੂੰ ਚੁੱਪ ਕਰਨ ਲਈ ਕਹਿੰਦਾ ਹੈ। ਕੇਸਰ ਅਤੇ ਸੇਠ ਇਕਾਂਗੀ ਵਿੱਚ ਵਿਰੋਧੀ ਵਿਚਾਰਾਂ ਵਾਲੇ ਪਾਤਰ ਪੇਸ਼ ਹੁੰਦੇ ਹਨ। ਹੁਣ ਹੈ ਅੱਗੇ ਇਸਤਰੀ। ਜੋ ਇੱਕ ਇਸਤਰੀ ਹੈ ਬੱਸ ਸਟਾਪ 'ਤੇ ਜੋ ਖੜੀ ਹੈ, ਇਸਤਰੀ ਪਾਤਰ ਦੀ ਕ੍ਰਿਸ਼ਨ ਨਾਲ ਹਮਦਰਦੀ ਕਿਉਂ ਹੈ? ਜੋ ਕਿਸ਼ਨ ਹੈ ਮੁੰਡਾ ਬੂਟ ਪਾਲਿਸ਼ ਕਰਨ ਲਈ ਆਉਂਦਾ ਹੈ, ਉਸ ਨਾਲ ਇਸਤਰੀ ਪਾਤਰ ਦੀ ਹਮਦਰਦੀ ਕਿਉਂ ਬਣ ਜਾਂਦੀ ਹੈ? ਇਸਤਰੀ ਪਾਤਰ ਆਧੁਨਿਕ ਰੰਗ ਢੰਗ ਦੀ ਮੱਧਵਰਤੀ ਸੋਚ ਵਾਲੀ ਇੱਕ ਔਰਤ ਹੈ। ਉਹ ਕਿਸ਼ਨ ਤੋਂ ਸੈਂਡਲ ਪਾਲਿਸ਼ ਕਰਵਾਉਣ ਤੋਂ ਬਾਅਦ ਪੈਸਾ ਦੇਣ ਲੱਗਿਆ ਉਸ ਨਾਲ ਗੱਲਬਾਤ ਕਰਦੀ ਹੈ। ਗੱਲਬਾਤਾਂ ਦੌਰਾਨ ਉਸਨੂੰ ਪਤਾ ਲੱਗਦਾ ਹੈ ਕਿ ਮੁੰਡੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਦੀ ਮਾਂ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਉਹ ਆਪ ਮਜ਼ਦੂਰੀ ਕਰਦਾ ਹੈ ਤਾਂ ਜੋ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਸਕੇ। ਇਹ ਸਾਰੀਆਂ ਗੱਲਾਂ ਉਹ ਉਸ ਬੱਚੇ ਨਾਲ ਕਰਦੀ ਹੈ ਅਤੇ ਉਸ ਨਾਲ ਕੀ ਹੈ, ਉਸਦੀ ਹਮਦਰਦੀ ਹੋ ਜਾਂਦੀ ਹੈ। ਉਹ ਬਹੁਤਾ ਲਾਲਚੀ ਨਹੀਂ। ਉਹ ਉਸਨੂੰ ਦੱਸਦਾ ਹੈ ਕਿ ਉਹ ਬਹੁਤਾ ਲਾਲਚ ਨਹੀਂ ਕਰਦਾ, ਉਹ ਆਪਣੀ ਲੋੜ ਅਨੁਸਾਰ ਕੰਮ ਕਰਦਾ ਹੈ। ਉਸਨੂੰ ਮੁੰਡੇ ਦੇ ਵਿਚਾਰ ਵੀ ਬਹੁਤ ਪ੍ਰਭਾਵਿਤ ਕਰਦੇ ਹਨ। ਉਹ ਕਹਿੰਦਾ ਹੈ ਮਿਹਨਤ ਕਰਨ ਨਾਲ ਮਨ ਸਾਫ਼, ਹਿਰਦਾ ਪਵਿੱਤਰ ਹੁੰਦਾ ਹੈ। ਕਿਸ਼ਨ ਦੀ ਗਰੀਬ ਮਾਈ ਪ੍ਰਤੀ ਹਮਦਰਦੀ ਵੀ ਇਸਤਰੀ ਨੂੰ ਟੁੰਬ ਲੈਂਦੀ ਹੈ। ਗਰੀਬ ਮਾਈ ਨੂੰ ਇੱਕ ਆਨਾ ਦੇ ਕੇ ਉਹ ਕਹਿੰਦਾ ਹੈ ਕਿ ਇੱਕ ਗਰੀਬ ਦਾ ਦੁੱਖ ਸਮਝ ਸਕਦਾ ਹੈ। ਇੱਕ ਉੱਥੇ ਜੋ ਮੰਗਣ ਵਾਲੀ ਮਾਈ ਆਉਂਦੀ ਹੈ ਤਾਂ ਉਹ ਮੁੰਡਾ ਜੋ ਪਾਲਿਸ਼ ਕਰਦਾ ਹੈ ਉਹ ਵੀ ਉਸਨੂੰ ਇੱਕ ਆਨਾ ਦੇ ਦਿੰਦਾ ਹੈ। ਇਸ ਤੋਂ ਵੀ ਜੋ ਇਸਤਰੀ ਪਾਤਰ ਹੈ ਉਹ ਪ੍ਰਭਾਵਿਤ ਹੁੰਦੀ ਹੈ ਕਿਸ਼ਨ ਤੋਂ। ਕਿਸ਼ਨ ਵੱਲੋਂ ਇਹ ਕਹਿਣ 'ਤੇ ਕਿ ਬਾਹਰਲੇ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਕੰਮ ਦਾ ਸਤਿਕਾਰ ਨਹੀਂ। ਇਸਤਰੀ ਕਹਿੰਦੀ ਹੈ ਕਿ ਉਸ ਵਰਗੇ ਹੋਣਹਾਰ ਬੱਚੇ ਇੱਥੇ ਵੀ ਅਜਿਹਾ ਕਰ ਦੇਣਗੇ। ਕਿਸ਼ਨ ਦੇ ਪਰਿਵਾਰਕ ਹਾਲਤਾਂ, ਉਸਦੀ ਮਿਹਨਤ, ਉਸਦੇ ਨੇਕ ਵਿਚਾਰ ਕਾਰਨ ਇਸਤਰੀ ਪਾਤਰ ਨੂੰ ਉਸ ਨਾਲ ਕੀ ਹਮਦਰਦੀ ਹੋ ਜਾਂਦੀ ਹੈ। ਇਹ ਸੀ ਬਈ ਇਕਾਂਗੀ ਕਿਰਤ ਦਾ ਸਤਿਕਾਰ, ਜੋ ਕਿ ਡਾਕਟਰ ਹਰਚਰਨ ਸਿੰਘ ਦੀ ਹੈ। ਕਿਰਤ ਦਾ ਸਤਿਕਾਰ, ਅਤੇ ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਇੰਪੋਰਟੈਂਟ ਗੱਲਾਂ ਹਨ। ਇਹ ਇਕਾਂਗੀ ਦਾ ਦ੍ਰਿਸ਼ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਐਗਜ਼ਾਮ ਵਿੱਚ ਪੁੱਛੀਆਂ ਜਾਂਦੀਆਂ ਹਨ।